Hello everyone, welcome back to my channel. Hope you're in pink days of your life. It's so funny ना ये मैं लाइन ਤਾਂ ਕਰਕੇ यूज ਕੀਤੀ ਹੈ ਕਿਉਂਕਿ ਮੈਂ ਆਪਣੀ ਪਿਛਲੀ ਵੀਡੀਓ ਦੇ ਵਿੱਚ ਤੁਹਾਨੂੰ ਜੀਟੀ ਵਾਲੇ ਸਟੂਡੈਂਟਸ ਨੂੰ ਇਹ ਲਾਈਨ ਸਮਝਾਈ ਸੀਗੀ ਇਨਫਾਰਮਲ ਲੈਟਰ ਦੇ ਵਿੱਚ ਤਾਂ ਮੈਂ ਸੋਚਿਆ ਕਿ ਕਿਉਂ ਨਾ ਤੁਹਾਨੂੰ ਇੰਪਲੀਮੈਂਟ ਕਰਕੇ ਵੀ ਦੱਸਤੀ ਜਾਵੇ ਕਿ ਇਹ ਕਿੱਥੇ ਯੂਜ਼ ਹੁੰਦੀ ਆ ਸੋ ਤਾਂ ਕਰਕੇ so anyhow how are you all are hope you all are fine and ਅੱਜ ਦੀ ਆਪਣੀ ਜੋ ਵੀਡੀਓ ਹੈ ਉਹ ਟਾਸਕ 1 ਤੇ ਹੈ बट अकैडमिक्स टास्क 1 ਤੇ ਪਿਛਲੀ ਸੀ ਆਪਣੀ ਜੀਟੀ ਤੇ ਹੁਣ ਅੱਜ ਦੀ ਆਪਣੀ ਅਕੈਡਮਿਕਸ ਦੇ ਉੱਪਰ ਉਹ ਸਟੂਡੈਂਟਸ ਜਿਹੜੇ ਕਿ ਅਕੈਡਮਿਕਸ ਲਈ ਸਟੱਡੀ ਦੇ ਉੱਪਰ ਜਾਣਾ ਚਾਹੁੰਦੇ ਆ ਉਹਨਾਂ ਵਾਸਤੇ ਅਗਰ ਉਹ ਅਕੈਡਮਿਕਸ ਆਇਲਸ ਚੂਜ਼ ਕਰਨਗੇ ਤਾਂ ਉਹਨਾਂ ਨੂੰ ਇਹ ਵਾਲਾ ਟਾਸਕ 1 ਜੋ ਐਗਜ਼ਾਮ ਦੇ ਵਿੱਚ ਆਏਗਾ ਠੀਕ ਹੈ ਜੀ ਸੋ ਜਿੱਦਾਂ ਕਿ ਹੁਣ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਇਹ दोनों टास्क वास्ते सेम चीज़ है टाइम मैनेजमेंट 20 मिनट्स ही ਉਹਦੇ ਵਾਸਤੇ ਮਿਲਨੇ ਆ ਸਾਨੂੰ 20 ਹੀ ਉਹਦੇ ਵਾਸਤੇ ਮਿਲਨੇ ਕੋਈ ਖਾਸ ਫਰਕ ਨਹੀਂ ਹੈ ਦੋਨਾਂ ਦੇ ਵਿੱਚ ਠੀਕ ਹੈ ਜੀ 20 ਮਿੰਟਸ ਨੂੰ ਹੁਣ ਆਪਾਂ ਅੱਗੇ ਆਪਣਾ ਡਿਵੀਜ਼ਨ ਕਿੱਦਾਂ ਕਰਨੀ ਹੈ ਟਾਈਮ ਦੀ ਪਹਿਲੀ ਗੱਲ ਤਾਂ 150 ਵਰਡਸ ਮਿਨੀਮਮ ਉਹਦੇ ਵਿੱਚ ਵੀ ਸੀਗੇ ਲੈਟਰ ਦੇ ਵਿੱਚ ਵੀ ਤਾਂ 150 ਵਰਡਸ ਮਿਨੀਮਮ ਇਹਦੇ ਵਿੱਚ ਵੀ ਹੈ ਇਹ ਬੇਸਿਕ ਸੇਮ ਹੈ ਦੋਨਾਂ ਦਾ ਠੀਕ ਹੈ ਕੋਈ ਡਿਫਰੈਂਸ ਨਹੀਂ ਹੈ ਨਾ ਹੀ 20 ਮਿੰਟ ਟਾਈਮ ਦੇ ਵਿੱਚ ਤੇ ਨਾ ਹੀ ਵਰਡਸ ਦੇ ਵਿੱਚ ਠੀਕ ਹੈ ਸਿਰਫ ਡਿਫਰੈਂਸ ਹੈ ਤਾਂ ਉਹ ਇੱਕ ਟੌਪਿਕ ਦੇ ਵਿੱਚ ਡਿਫਰੈਂਸ ਆ ਠੀਕ ਹੈ ਹੁਣ ਅਗੇਨ ਇਹਦੀ ਵੀ ਆਪਾਂ ਟਾਈਮ ਮੈਨੇਜਮੈਂਟ ਉਦਾਂ ਹੀ ਕਰਾਂਗੇ ਲਾਈਕ ਸਭ ਤੋਂ ਪਹਿਲਾਂ ਆਪਾਂ ਪਲੈਨਿੰਗ ਕਰਾਂਗੇ ਚੀਜ਼ਾਂ ਦੀ ਫਿਰ ਆਪਾਂ ਉਹਨੂੰ ਰਾਈਟ ਡਾਊਨ ਕਰਾਂਗੇ ਦੈਨ ਆਪਾਂ ਉਹਨੂੰ ਰੀਚੈਕ ਕਰਾਂਗੇ 20 ਮਿੰਟਸ ਦੀ ਟਾਈਮ ਮੈਨੇਜਮੈਂਟ ਆਪਾਂ ਕਿੱਦਾਂ ਕਰ ਸਕਦੇ ਹਾਂ ਪਲੈਨਿੰਗ ਨੂੰ ਆਪਾਂ 2 ਜਾਂ 3 ਮਿੰਟਸ ਦੇ ਵਿੱਚ ਕੰਪਲੀਟ ਕਰ ਸਕਦੇ ਹਾਂ ਜੋ ਵੀ ਦਿਮਾਗ ਦੇ ਵਿੱਚ ਆਈਡੀਆ ਤਾਂ ਆਪਾਂ ਸਾਈਡ ਤੇ ਕੁਐਸਚਨ ਪੇਪਰ ਜਾਂ ਕਿਤੇ ਵੀ ਆਪਣਾ ਹਲਕਾ ਜਿਹਾ ਪੈਨਸਿਲ ਦੇ ਨਾਲ ਲਿਖ ਕੇ ਬਾਅਦ ਚ ਰੇਜ਼ ਕਰ ਦਈਏ ਠੀਕ ਹੈ ਉਸ ਤੋਂ ਬਾਅਦ 15 ਮਿੰਟਸ ਆਪਣਾ ਰਾਈਟਿੰਗ ਵਾਸਤੇ ਆਈ ਥਿੰਕ ਅਗਰ ਸਾਡੇ ਕੋਲ ਆਈਡੀਆਜ਼ ਵਗੈਰਾ ਹੈਗੇ ਸਾਰਾ ਕੁਝ ਤਾਂ ਆਪਾਂ ਈਜ਼ੀਲੀ ਉੱਤੇ ਸਪੈਂਡ ਕਰ ਸਕਦੇ ਇਸ ਤੋਂ ਜ਼ਿਆਦਾ ਦੀ ਜ਼ਰੂਰਤ ਸ਼ਾਇਦ ਮੇਰੇ ਹਿਸਾਬ ਨਾਲ ਪੈਣੀ ਨਹੀਂ ਚਾਹੀਦੀ ਠੀਕ ਹੈ ਦੈਨ ਉਸ ਤੋਂ ਬਾਅਦ 2 ਮਿੰਟਸ ਲਾਸਟ ਆਪਣੇ ਰੀਚੈਕ ਵਾਸਤੇ ਬਹੁਤ ਇੰਪੋਰਟੈਂਟ ਪਾਰਟ ਹੈ ਇਹ ਇਵਨ ਸਿਰਫ ਫਾਈਲਸ ਦੇ ਸਟੂਡੈਂਟਸ ਵਾਸਤੇ ਨਹੀਂ ਹਰ ਰਾਈਟਿੰਗ ਦੇ ਪਾਰਟ ਵਾਸਤੇ ਇੰਪੋਰਟੈਂਟ ਹੈ ਇਵਨ ਮੈਂ ਜਦੋਂ ਕੁਝ ਵੀ ਕੰਟੈਂਟ ਤੁਹਾਡੇ ਸਾਰਿਆਂ ਨੂੰ ਸ਼ੋਅ ਕਰਨ ਵਾਸਤੇ ਟਾਈਪ ਕਰਦੀ ਹਾਂ ਤਾਂ ਮੈਂ ਵੀ ਲਾਸਟ ਦੇ ਵਿੱਚ ਉਹ ਕੰਟੈਂਟ ਨੂੰ ਇੱਕ ਵਾਰੀ ਰੀਚੈਕ ਜ਼ਰੂਰ ਕਰਦੀ ਹਾਂ ਚਾਹੇ ਮੇਰੇ ਤੋਂ ਫਿਰ ਵੀ ਕੁਝ ਨਾ ਕੁਝ ਗਲਤੀ ਰਹਿ ਹੀ ਜਾਂਦੀ ਹੈ ਸੀ ਅਗਰ ਮੇਰੇ ਕੋਲ ਰਹਿ ਜਾਂਦੀ ਹੈ ਤਾਂ ਫਿਰ ਯੂ ਕੈਨ ਥਿੰਕ ਅਬਾਊਟ ਕਿ ਉਹ ਐਗਜ਼ਾਮੀਨੇਸ਼ਨ ਹਾਲ ਦਾ ਜੋ ਇਨਵਾਇਰਨਮੈਂਟ ਹੈ ਉੱਥੇ ਉਸ ਚੀਜ਼ ਦਾ ਕਿੰਨਾ ਇਫੈਕਟ ਪੈਂਦਾ ਹੋਏਗਾ ਇੱਕ ਸਟੂਡੈਂਟ ਦੇ ਉੱਪਰ ਇੱਕ ਕੈਂਡੀਡੇਟ ਦੇ ਉੱਪਰ ਸੋ ਮੈਂ ਤੁਹਾਨੂੰ ਇਹੀ ਸਾਰਿਆਂ ਨੂੰ ਸੁਜੈਸਟ ਕਰੂੰਗੀ ਕਿ ਲਾਸਟ 2 ਮਿੰਟ ਦੇ ਵਿੱਚ ਪਲੀਜ਼ ਜ਼ਰੂਰ ਚੈੱਕ ਕਰਿਆ ਕਰੋ ਇਹਨੂੰ ਆਪਣੀ ਰਾਈਟਿੰਗ ਨੂੰ ਠੀਕ ਹੈ ਜੀ ਮਾਈਨਰ ਮਿਸਟੇਕਸ ਰਹਿ ਜਾਣ ਉਹ ਇਟਸ ਓਕੇ ਕਿਉਂਕਿ ਮਾਈਨਰ ਤਾਂ ਗ੍ਰਾਮਰ ਜਾਂ ਸਪੈਲਿੰਗ ਤਾਂ ਵੈਸੇ ਵੀ ਉਹ ਸਲਿਪਸ ਕਾਊਂਟ ਘੱਟ ਹੀ ਬੈਂਡਸ ਕੱਟਦੇ ਨੇ ਮਾਈਨਰ ਤੇ ਠੀਕ ਹੈ ਤਾਂ ਬਟ ਮੇਜਰ ਨਹੀਂ ਹੋਣੀਆਂ ਚਾਹੀਦੀਆਂ ਰਾਈਟ ਚਲੋ ਫਿਰ ਸਟਾਰਟ ਕਰਦੇ ਹਾਂ ਠੀਕ ਹੈ ਅੱਗੇ ਆਉਂਦੇ ਆ ਹੁਣ ਟਾਈਪਸ ਆਫ ਟੌਪਿਕ ਜਿੱਦਾਂ 3 ਤਰ੍ਹਾਂ ਦੀਆਂ ਲੈਟਰ ਸੀਗੀਆਂ ਹੁਣ ਇਹਦੇ ਵਿੱਚ ਕਿੱਦਾਂ ਦੇ ਟੌਪਿਕਸ ਆ ਪਹਿਲਾਂ ਮੈਂ ਤੁਹਾਨੂੰ ਥੋੜਾ ਜਿਹਾ ਦੇ ਬਾਰੇ ਦੱਸ ਦਿੰਦੀ ਹਾਂ ਵੈਸੇ ਮੈਂ ਆਪਣੀ ਫਸਟ ਕਲਾਸ ਦੇ ਵੈਰੀ ਫਸਟ ਕਲਾਸ ਦੇ ਵਿੱਚ ਦੱਸਿਆ ਸੀਗਾ ਕਿ ਆਪਣਾ ਟਾਸਕ 1 ਹੁੰਦਾ ਕਿ ਇੱਕ ਪਿਕਟੋਰੀਅਲ ਰਿਪਰੈਜ਼ੈਂਟੇਸ਼ਨ ਹੁੰਦੀ ਹੈ ਇੱਕ ਪਿਕਚਰ ਦਿੱਤੀ ਹੁੰਦੀ ਹੈ ਸਾਨੂੰ ਚਾਰਟਸ ਦੀ ਫਾਰਮ ਦੇ ਵਿੱਚ ਫਲੋ ਚਾਰਟ ਦੀ ਫਾਰਮ ਦੇ ਵਿੱਚ ਬਾਰ ਗ੍ਰਾਫ ਦੀ ਫਾਰਮ ਦੇ ਵਿੱਚ ਲਾਈਨ ਪਾਈ ਇਹਨਾਂ ਸਾਰਿਆਂ ਦੀ ਫਾਰਮ ਦੇ ਵਿੱਚ ਇੱਕ ਪਿਕਚਰ ਦਿੱਤੀ ਹੁੰਦੀ ਜਿਹਨੂੰ ਕਿ ਆਪਾਂ ਸਿਰਫ ਡਿਸਕ੍ਰਾਈਬ ਕਰਨਾ ਹੈ ਦੇਖਿਓ ਵੈਰੀ ਈਜ਼ੀ ਟੂ ਅਚੀਵ ਸਕੋਰਸ ਇਨ ਦਿਸ ਟਾਸਕ ਇਹ ਟਾਸਕ ਦੇ ਵਿੱਚ ਸਕੋਰ ਅਚੀਵ ਕਰਨੇ ਬਹੁਤ ਜ਼ਿਆਦਾ ਈਜ਼ੀ ਆ अपना हैव अ लुक ऑन द पिक्चर प्लीज टाइप ऑफ टॉपिक आ जेडे ओ बार चार्ट आ लाइन चार्ट आ नंबर 2 नंबर 3 इट इज पाई चार्ट 4 इट इज टेबल 5 it is process diagram 5th it is map 6th it is flow chart and last it is multiple graph ਹੁਣ ਇਹ ਸਾਰੇ ਕਿੱਦਾਂ ਕਿੱਦਾਂ ਬਾਰ ਗ੍ਰਾਫ ਆਪਾਂ ਵੈਸੇ ਤਾਂ 10th 12th ਤੱਕ ਜਦੋਂ ਆਪਾਂ ਮੈਥਸ ਕੀਤਾ ਸੀਗਾ ਆਪਾਂ ਉਹਦੇ ਵਿੱਚ ਇਹ ਸਭ ਚੀਜ਼ਾਂ ਕੀਤੀਆਂ ਆ ਪਾਈ ਚਾਰਟ ਵੀ ਕੀਤਾ ਆ ਬਾਰ ਗ੍ਰਾਫ ਵੀ ਕੀਤਾ ਲਾਈਨ ਵੀ ਉਹਦੇ ਵਿੱਚ ਆਪਾਂ ਮੈਥਸ ਦੀ ਸਟੈਟਿਸਟਿਕਸ ਦੇ ਵਿੱਚ ਕੀਤਾ ਸੀਗਾ ਇਹ ਸਭ ਆਪਾਂ ਉੱਥੇ ਕਰ ਚੁੱਕੇ ਹੋਏ ਆ ਸਿਰਫ ਨਵਾਂ ਸਾਡੇ ਵਾਸਤੇ ਉਹ ਪ੍ਰੋਸੈਸ ਮੈਪ ਤੇ ਫਲੋ ਚਾਰਟ ਇਹ 3 ਚੀਜ਼ਾਂ ਨਵੀਆਂ ਆ ਮੇ ਵੀ ਕਿਤੇ ਨਾ ਕਿਤੇ ਤੁਹਾਡੀ ਬੈਕ ਗਰਾਊਂਡ ਦੀ ਜੋ ਐਜੂਕੇਸ਼ਨ ਰਹੀ ਹੋਏਗੀ ਉਹਦੇ ਵਿੱਚ ਤੁਸੀਂ ਇਹ ਚੀਜ਼ਾਂ ਵੀ ਕੀਤੀਆਂ ਹੋਣਗੀਆਂ ਸੋ ਲੈਟਸ ਹੈਵ ਅ ਲੁੱਕ ਔਨ ਆਵਰ ਫਰਸਟ ਚਾਰਟ ਦੈਟ ਇਜ਼ ਬਾਰ ਗ੍ਰਾਫ ਬਾਰ ਗ੍ਰਾਫ ਕੁਝ ਇਦਾਂ ਦੀ ਫਾਰਮ ਦੇ ਵਿੱਚ ਆਉਂਦਾ ਹੈ ਮੈਂ ਸਿਰਫ ਪਹਿਲਾਂ ਤੁਹਾਨੂੰ ਇਹ ਇੱਕ ਐਨਲਿਸਟ ਕਰਕੇ ਦਿਖਾ ਦਿੰਦੀ ਹਾਂ ਕਿਸ ਤਰ੍ਹਾਂ ਦੀ ਫਾਰਮ ਦੇ ਵਿੱਚ ਕਿਹੜਾ ਕਿਹੜਾ ਚਾਰਟ ਹੁੰਦਾ ਉਸ ਤੋਂ ਬਾਅਦ ਮੈਂ ਤੁਹਾਨੂੰ ਲਿਖਣਾ ਦੱਸੂਗੀ ਕਿ ਆਪਾਂ ਆਪਣਾ ਟਾਸਕ 1 ਲਿਖੀ ਦਾ ਕੀਤਾ ਹੈ ਠੀਕ ਹੈ ਸੋ ਨੰਬਰ 1 ਬਾਰ ਗ੍ਰਾਫ ਤੁਸੀਂ ਦੇਖ ਸਕਦੇ ਹੋ ਇਦਾਂ ਬਾਰ ਵਰਟੀਕਲਸ ਜਾਂ ਹੌਰੀਜ਼ੌਂਟਲ ਵੀ ਆ ਸਕਦੇ ਆ ਠੀਕ ਹੈ ਅੱਗੇ ਆ ਜਾਂਦਾ ਆਪਣਾ ਪਾਈ ਚਾਰਟ ਸੋ ਪਾਈ 360 ਦਾ ਜਿਹੜਾ ਸਰਕਲ ਆਪਣਾ ਹੁੰਦਾ ਆ ਉਹਦੇ ਵਿੱਚ ਉਹ ਪਰਸੈਂਟੇਜ ਦੇ ਅਕੋਰਡਿੰਗਲੀ ਜਿਹੜੇ ਉਹ ਡਿਵੀਜ਼ਨਸ ਕੀਤੀਆਂ ਹੁੰਦੀਆਂ ਆ ਠੀਕ ਹੈ ਇਦਾਂ ਹੀ ਨੈਕਸਟ ਆਪਣਾ ਆ ਜਾਂਦਾ ਆ ਪ੍ਰੋਸੈਸ ਚਾਰਟ ਇਦਾਂ ਕੋਈ ਪ੍ਰੋਸੈਸ ਬਣਿਆ ਹੁੰਦਾ ਹੈ ਕਿਸੇ ਵੀ ਚੀਜ਼ ਦਾ ਪ੍ਰੋਸੈਸ ਹੈ ਫॉर ਐਗਜ਼ਾਮਪਲ पेपर मेकिंग का प्रोसैस है एप्पल कैनिंग का प्रोसैस है या फिर
ਬਟਰਫਲਾਈ ਦੇ ਐਗ ਤੋਂ ਐਡਲਟ ਬਟਰਫਲਾਈ ਦਾ ਕੀ ਲਾਈਫ ਸਾਈਕਲ ਰਿਹਾ ਹੁੰਦਾ ਉਹਦਾ ਪ੍ਰੋਸੈਸ ਹੈ। ਸੋ ਇਦਾਂ ਦੇ ਪ੍ਰੋਸੈਸ ਹੁੰਦੇ ਬਹੁਤ ਈਜ਼ੀ ਹੁੰਦਾ ਹੈ। ਇਹਦੇ ਵਿੱਚ ਸਟੇਜਸ ਦਿੱਤੀਆਂ ਹੁੰਦੇ 9 10 ਜਿੰਨੀਆਂ ਵੀ ਉਸ ਪ੍ਰੋਸੈਸ ਦੇ ਵਿੱਚ ਹੋਣਗੀਆਂ ਉਹਨਾਂ ਨੂੰ ਜਸਟ ਆਪਾਂ ਸਟੇਜ ਬਾਏ ਸਟੇਜ ਐਕਸਪਲੇਨ ਕਰਨਾ ਦੇਖ ਦੇਖ ਕੇ ਕਿ ਫਰਸਟ ਸਟੇਜ ਆ ਰਾਈਟਿੰਗ ਦੀ ਹੈ, ਸੈਕਿੰਡ ਸਟੇਜ ਸੈਂਡ ਟੂ ਪਬਲਿਸ਼ਿੰਗ ਹਾਊਸਿਸ ਜਿਹਦਾ ਇੱਥੇ ਜਿਹੜੀ ਐਗਜ਼ਾਮਪਲ ਦਿੱਤੀ ਹੋਈ ਹੈ ਇਹਨਾਂ ਨੇ ਇਹ ਦਿੱਤੀ ਹੋਈ ਹੈ ਕਿ ਪਬਲਿਸ਼ਿੰਗ ਦਾ ਬੁੱਕ ਦੇ ਵਿੱਚ ਕੀ ਪ੍ਰੋਸੈਸ ਹੁੰਦਾ। ਸੋ ਸਟੈਪ ਬਾਏ ਸਟੈਪ ਬਸ ਆਪਾਂ ਦੇਖ ਕੇ ਇਹਨੂੰ ਲਾਈਨ ਦੇ ਫਾਰਮ ਦੇ ਵਿੱਚ ਕਨਵਰਟ ਕਰਨਾ, ਠੀਕ ਹੈ ਜੀ। ਨੈਕਸਟ ਆਪਣਾ ਆ ਜਾਂਦਾ ਹੈ ਜੀ ਫਲੋ ਚਾਰਟ। ਫਲੋ ਚਾਰਟ ਦੇ ਵਿੱਚ ਕੀ ਹੁੰਦਾ ਹੈ ਕਿ ਸਟੈਪ ਬਾਏ ਸਟੈਪ ਕੋਈ ਆਪਾਂ ਕੰਮ ਕਰ ਰਹੇ ਹਾਂ, ਠੀਕ ਹੈ, ਉਹਨੂੰ ਅਸੀਂ ਕਹਿੰਦੇ ਆ ਫਲੋ ਚਾਰਟ। ਜਿੱਦਾਂ ਕਿ ਹੁਣ ਫॉर ਸਪੋਜ਼ ਇੱਕ ਐਗਜ਼ਾਮਪਲ ਦੇਣੀ ਆ, ਤੁਸੀਂ ਯੂਨੀਵਰਸਿਟੀ ਦੇ ਵਿੱਚ ਅਪਲਾਈ ਕਰਨਾ ਆ ਤਾਂ ਉਹਦੇ ਵਿੱਚ ਕੀ ਕੀ ਪ੍ਰੋਸੈਸ ਤੁਹਾਨੂੰ ਕੀ ਫਲੋ ਮਤਲਬ ਸਟੈਪਸ ਕਿਹੜੇ ਇਨਵੋਲਵ ਹੁੰਦੇ ਆ ਜਿਨ੍ਹਾਂ ਦੇ ਥਰੂ ਤੁਸੀਂ ਆਪਣਾ ਕਿਹੜੇ ਸਟੈਪਸ ਇਨਵੋਲਵ ਹੁੰਦੇ ਆ ਜਿਨ੍ਹਾਂ ਤੋਂ ਤੁਸੀਂ ਗੋ ਥਰੂ ਹੋਣਾ। ਇੱਕ ਛੋਟੇ ਜਿਹੇ ਐਗਜ਼ਾਮਪਲ ਹੋਰ ਦੇਣੀ ਹੈ, ਯੂਨੀਵਰਸਿਟੀ ਤੋਂ ਇਲਾਵਾ ਆਇਲਸ ਐਗਜ਼ਾਮ ਦੀ ਰਜਿਸਟ੍ਰੇਸ਼ਨ ਕਰਨ ਦੇ ਵਿੱਚ ਕਿਹੜੇ ਸਟੈਪ ਯੂਜ਼ ਹੁੰਦੇ ਆ। ਸਭ ਤੋਂ ਪਹਿਲਾਂ ਉਹਦੀ ਅਫੀਸ਼ੀਅਲ ਸਾਈਟ ਤੇ ਜਾਵਾਂਗੇ, ਸਟੈਪ 1 ਹੈ। ਦੈਨ ਆਪਾਂ ਆਪਣਾ ਟੈਸਟ ਦਾ ਟਾਈਪ ਸਿਲੈਕਟ ਕਰਾਂਗੇ ਕਿ ਆਪਾਂ ਜਨਰਲ ਲਈ ਅਪੇਅਰ ਹੋਣਾ ਕਿ ਅਕੈਡਮਿਕਸ ਲਈ ਹੋਣਾ ਹੈ। ਦੈਨ ਆਪਾਂ ਟੈਸਟ ਦੀ ਡੇਟ ਕਰਾਂਗੇ। ਦੈਨ ਆਪਾਂ ਆਪਣਾ ਵੈਨਿਊ ਸਿਲੈਕਟ ਕਰਾਂਗੇ। ਸੋ ਇਹ ਇੱਕ ਸਟੈਪ ਬਾਏ ਸਟੈਪ ਜਿਹੜਾ ਫਲੋ ਬਣ ਜਾਂਦਾ ਆ, ਠੀਕ ਹੈ। ਉਸ ਤੋਂ ਬਾਅਦ ਤੁਸੀਂ ਆਪਣੀ ਇਹ ਪਹਿਲਾ ਸਟੈਪ ਹੋ ਗਿਆ ਸਾਰਾ ਸਿਲੈਕਟ ਕਰਨਾ। ਦੈਨ ਸੈਕਿੰਡ ਸਟੈਪ ਆ ਜਾਂਦਾ ਆਪਣੀ ਡੇਟ ਸਿਲੈਕਟ ਕਰਨੀ। ਦੈਨ ਥਰਡ ਸਟੈਪ ਆ ਜਾਂਦਾ ਆ ਆਪਣਾ ਪੇਮੈਂਟ ਪਾਸਪੋਰਟ ਅਪਲੋਡ ਕਰਨਾ। ਦੈਨ ਫੋਰਥ ਆਪਣੀ ਪੇਮੈਂਟ। ਸੋ ਇੱਕ ਸਟੈਪ ਬਾਏ ਸਟੈਪ ਆ, ਇਹ ਇੱਕ ਵੀ ਸਟੈਪ ਮਿਸ ਹੋ ਜਾਂਦਾ ਤਾਂ ਆਪਣਾ ਫਲੋ ਚਾਰਟ ਖਰਾਬ ਹੋ ਜਾਂਦਾ। ਵੈਸੇ ਇਹ ਸਟੈਪ ਮਿਸ ਹੁੰਦਾ ਹੀ ਨਹੀਂ ਹੈ ਕਿਉਂਕਿ ਇਸ ਤੋਂ ਇੱਕ ਸਟੈਪ ਤੋਂ ਅਗਰ ਜਦ ਤੱਕ ਆਪਾਂ ਕੰਪਲੀਟ ਨਹੀਂ ਕਰ ਲੈਂਦੇ ਅੱਗੇ ਆਪਾਂ ਸਟੈਪ ਤੇ ਜਾਂਦੇ ਹੀ ਨਹੀਂ ਆ, ਠੀਕ ਹੈ। ਸੋ ਇਹਨੂੰ ਇੱਕ ਕਹਿੰਦੇ ਫਲੋ ਚਾਰਟ, ਰਾਈਟ। ਏਦਾਂ ਹੀ ਅੱਗੇ ਆ ਜਾਂਦਾ ਹੈ ਜੀ ਆਪਣਾ ਮੈਪ ਹੁੰਦਾ ਕਿਸੇ ਵੀ ਜਗ੍ਹਾ ਦਾ ਮੈਪ। ਹੁਣ ਐਗਜ਼ਾਮਪਲ ਤੁਹਾਡੇ ਆਪਣੇ ਘਰ ਦੀ ਲੈ ਲੈਂਦੇ ਆ। ਤੁਹਾਡਾ ਪਹਿਲਾ ਘਰ ਜੋ ਹੁੰਦਾ ਸੀਗਾ 90s ਦੇ ਵਿੱਚ ਉਹ ਪੁਰਾਣੇ ਜ਼ਮਾਨੇ ਦਾ ਹੁੰਦਾ ਸੀ, ਠੀਕ ਹੈ। ਤੁਸੀਂ ਉਹਦੀ ਇੱਕ ਪਿਕਚਰ ਕਲਿੱਕ ਕਰਕੇ ਰੱਖੀ ਹੋਈ ਆ। ਹੁਣ ਤੁਸੀਂ ਕੀ ਕੀਤਾ, ਉਹਨੂੰ ਰੈਨੋਵੇਟ ਕਰਤਾ ਤੇ ਹੁਣ ਪ੍ਰੈਜ਼ੈਂਟ ਦੀ ਵੀ ਪਿਕਚਰ ਕਲਿੱਕ ਕੀਤੀ ਹੋਈ ਆ। ਸੋ ਮੈਂ ਤੁਹਾਨੂੰ ਹੁਣ ਇਹਦੇ ਤੇ ਦੇ ਦੇਵਾਂ ਕਿ ਇੱਕ 150 ਵਰਡਸ ਦਾ ਲਿਖੋ ਆਪਣੇ ਪ੍ਰੀਵੀਅਸ ਹਾਊਸ ਦੇ ਉੱਪਰ ਤੇ ਆਪਣੇ ਰੈਨੋਵੇਟਡ ਹਾਊਸ ਦੇ ਉੱਪਰ। ਸੋ ਇਹ ਬਹੁਤ ਈਜ਼ੀ ਆ। ਇਹ ਪ੍ਰੈਜ਼ੈਂਟ ਫਿਊਚਰ ਤੇ ਵੀ ਹੋ ਸਕਦਾ ਕਿ ਪ੍ਰੈਜ਼ੈਂਟਲੀ ਇਹ ਜਗ੍ਹਾ ਇਦਾਂ ਦੀ ਆ ਲੇਕਿਨ ਫਿਊਚਰ ਪ੍ਰੈਡਿਕਟਡ ਆਪਾਂ ਇਹਦੇ ਵਿੱਚ ਇਹ ਚੇਂਜਸ ਕਰਾਂਗੇ। ਬਹੁਤ ਈਜ਼ੀ ਆ ਲਿਖਣਾ। ਜਾਂ ਫਿਰ ਇਹ ਪਾਸਟ ਪ੍ਰੈਜ਼ੈਂਟ ਦੀ ਵੀ ਹੋ ਸਕਦੀ ਕਿ ਪਹਿਲਾਂ ਇਹ ਚੀਜ਼ ਇਦਾਂ ਦੀ ਸੀਗੀ ਤੇ ਹੁਣ ਇਹ ਚੀਜ਼ ਇਦਾਂ ਦੀ ਹੈ, ਠੀਕ ਹੈ। ਉਹ ਪਿਕਚਰ ਦਿੱਤੀ ਹੋਏਗੀ ਤੁਹਾਨੂੰ, ਜਿੱਦਾਂ ਤੁਸੀਂ ਆਪਣੀ ਪਿਕਚਰ ਆਪਣੇ ਘਰ ਦੀ ਦੇਖ ਕੇ ਕਹਿ ਸਕਦੇ ਹੋ ਕਿ ਪਹਿਲਾਂ ਕਿਚਨ ਵੈਸਟ ਨਦਰਨ ਪਾਰਟ ਦੇ ਵਿੱਚ ਹੁੰਦੀ ਸੀਗੀ ਤੇ ਹੁਣ ਸਾਡੀ ਕਿਚਨ ਆਪਾਂ ਸਦਰਨ ਪਾਰਟ ਦੇ ਵਿੱਚ ਕਰ ਦਿੱਤੀ ਹੈ। ਪਹਿਲਾਂ ਇੱਥੇ ਗਾਰਡਨ ਨਹੀਂ ਹੁੰਦਾ ਸੀ, ਹੁਣ ਆਪਾਂ ਗਾਰਡਨ ਇੰਸਟਾਲ ਕਰ ਦਿੱਤਾ। ਸੋ ਕੰਪੇਅਰ ਕਰਕੇ ਆਪਾਂ ਇਦਾਂ ਕੁਝ ਮੈਪ ਡਾਇਗਰਾਮ ਨੂੰ ਲਿਖ ਸਕਦੇ ਹਾਂ। ਬਟ ਸਾਰਾ ਕੁਝ ਜੋ ਪਿਕਚਰ ਦੇ ਵਿੱਚ ਦਿੱਤਾ ਜਸਟ ਉਹਨੂੰ ਹੀ ਦੇਖ ਕੇ ਲਿਖਣਾ ਹੈ। ਵੈਰੀ ਈਜ਼ੀ ਪਾਰਟ ਇਹ ਮੈਂ ਕਹਿੰਦੀ ਹਾਂ ਕਿ ਰਾਈਟਿੰਗ ਸਕੋਰ ਕਰਨੀ ਇਹਦੇ ਵਿੱਚ ਬਹੁਤ ਜ਼ਿਆਦਾ ਈਜ਼ੀ ਆ। ਨੈਕਸਟ ਆ ਜਾਂਦਾ ਜੀ ਆਪਣਾ ਲਾਈਨ। ਹੁਣ ਲਾਈਨ ਜਿੱਦਾਂ ਆਪਾਂ ਆਪਣੇ ਮੈਥਸ ਦੇ ਵਿੱਚ ਵੀ ਕੀਤਾ ਹੋਇਆ ਕਿ ਕੋਈ ਚੀਜ਼ ਦੀ ਫਿਗਰ ਕਦੀ ਫਲਕਚੁਏਟ ਹੋ ਜਾਂਦੀ ਹੈ, ਕਦੀ ਨੀਚੇ ਆ ਜਾਂਦੀ ਹੈ, ਕਦੀ ਉੱਪਰ ਚਲੇ ਜਾਂਦੀ ਹੈ। ਸੋ ਫਲਕਚੁਏਸ਼ਨ ਦੇ ਵਿੱਚ ਜਿਹੜੀ ਫਿਗਰਸ ਬਣਦੀਆਂ ਉਹਨੂੰ ਆਪਾਂ ਲਾਈਨ ਗ੍ਰਾਫ ਕਹਿੰਦੇ ਆ, ਠੀਕ ਹੈ ਜੀ। ਐਕਸਪਲੇਨੇਸ਼ਨ ਸਾਰਿਆਂ ਦੀ ਸੇਮ ਰਹੇਗੀ, ਸਿਰਫ ਜਿਹੜੀ ਆ ਪਿਕਚਰ ਚੇਂਜ ਹੁੰਦੀ ਰਹਿੰਦੀ ਆ। ਨੈਕਸਟ ਆਪਣਾ ਆ ਜਾਂਦਾ ਜੀ ਟੇਬਲ ਦੀ ਟੈਬੂਲਰ ਫਾਰਮ ਦੇ ਵਿੱਚ ਜਦੋਂ ਸਾਨੂੰ ਕੋਈ ਡੇਟਾ ਦਿੱਤਾ ਹੁੰਦਾ ਅਸੀਂ ਉਹਦੀ ਐਕਸਪਲੇਨੇਸ਼ਨ ਕਰਨੀ ਆ ਤਾਂ ਉਹ ਆ ਜਾਂਦਾ ਆਪਣੇ ਅਗੇਨ ਟਾਸਕ 1 ਦੇ ਵਿੱਚ। ਇਹ ਵੀ ਬਹੁਤ ਈਜ਼ੀ ਹੈ ਕਿ ਹੁਣ ਜਿੱਦਾਂ ਇੱਥੇ ਤੁਸੀਂ ਐਗਜ਼ਾਮਪਲ ਦੇ ਸਕਦੇ ਹੋ ਪਿਕਚਰ ਦੇ ਵਿੱਚ ਕਿ ਇਹ ਕੰਟਰੀਜ਼ ਦਿੱਤੀਆਂ ਹੋਈਆਂ ਮਲੇਸ਼ੀਆ, ਕੈਨੇਡਾ, ਚਾਈਨਾ ਤੇ UAE ਸੌਰੀ। ਤੇ ਇਹਦੇ ਵਿੱਚ ਹੁਣ ਨੰਬਰ ਆਫ ਪੀਪਲ ਜਿਹੜੇ ਰੇਲ ਟਰਾਂਸਪੋਰਟ ਦੇ ਥਰੂ ਗਏ ਸੀਗੇ ਕਿੰਨੇ ਮਿਲੀਅਨ, ਮਲੇਸ਼ੀਆ ਦੇ ਵਿੱਚ ਕਿੰਨੇ ਮਿਲੀਅਨ, ਠੀਕ ਹੈ ਜੀ। ਐਂਡ ਪੈਸੇਂਜਰਸ ਕਿਲੋਮੀਟਰ ਪਰ ਹੈਡ ਆਫ ਪੋਪੂਲੇਸ਼ਨ ਕਿੰਨੇ ਸੀਗੇ, ਕਾਰਗੋ ਕੈਰੀਡ ਬਿਲੀਅਨ ਆਫ ਟਨਸ ਦੇ ਵਿੱਚ ਡੇਟਾ ਆ ਇਹ ਕਿੰਨੇ ਸੀਗੇ। ਸੋ ਮਲੇਸ਼ੀਆ ਦੇ 3 ਫਿਗਰ ਹਰ ਕੰਟਰੀ ਨੂੰ 3 ਪਾਰਟਸ ਦੇ ਵਿੱਚ ਡਿਵਾਈਡ ਕੀਤਾ ਹੋਇਆ ਹੈ, ਟਰਾਂਸਪੋਰਟੇਸ਼ਨ ਦੇ ਕੰਟੈਕਸਟ ਦੇ ਵਿੱਚ ਪਲੱਸ ਪੋਪੂਲੇਸ਼ਨ ਦੇ ਕੰਟੈਕਸਟ ਦੇ ਵਿੱਚ। ਸੋ ਇਹ ਜਸਟ ਤੁਸੀਂ ਦੇਖ ਕੇ ਲਿਖਣਾ ਹੈ, ਠੀਕ ਹੈ ਜੀ। ਹੁਣ ਇਹ ਲਿਖਣ ਦਾ ਕੀ ਤਰੀਕਾ ਆਈ ਵਿਲ ਐਕਸਪਲੇਨ ਯੂ ਇਨ ਮਾਈ ਆਫਟਰ ਕੰਪਲੀਟਿੰਗ ਦਿਸ। ਨੈਕਸਟ ਆ ਜਾਂਦਾ ਜੀ ਲਾਸਟ ਮਲਟੀਗ੍ਰਾਫ ਹੁਣ ਇਹ ਹੁੰਦਾ ਕਿ ਇੱਕ ਤਾਂ ਸਾਨੂੰ ਸਿੰਗਲ ਵੀ ਆ ਸਕਦਾ ਹੈ ਕਿ ਸਿੰਗਲ ਇੱਕ ਪਾਈ ਚਾਰਟ ਆ ਗਿਆ, ਸਿੰਗਲ ਇੱਕ ਬਾਰ ਗ੍ਰਾਫ ਆ ਗਿਆ, ਸਿੰਗਲ ਲਾਈਨ ਆ ਗਿਆ। ਇੱਕ ਹੁੰਦਾ ਕੰਬੀਨੇਸ਼ਨ ਦੇ ਨਾਲ ਆ ਜਾਂਦਾ। ਜਿੱਦਾਂ ਕਿ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਜਿਹੜਾ ਆਪਣਾ ਪਹਿਲਾ ਗ੍ਰਾਫ ਹੈ ਰਾਈਟ ਟੌਪ ਦੇ ਉੱਪਰ ਉਹ ਹੈ ਇੱਕ ਬਾਰ ਗ੍ਰਾਫ ਪਲੱਸ ਪਾਈ ਦਾ ਕੰਬੀਨੇਸ਼ਨ ਦਿੱਤਾ ਹੋਇਆ, ਠੀਕ ਹੈ। ਨੈਕਸਟ ਲੋਅਰ ਤੇ ਰਾਈਟ ਲੋਅਰ ਤੇ ਦੇਖ ਰਹੇ ਹੋ ਤੁਸੀਂ ਉਹ ਪਾਈ ਦਾ ਤੇ ਟੇਬਲ ਦਾ ਕੰਬੀਨੇਸ਼ਨ ਦਿੱਤਾ ਹੋਇਆ। ਲੈਫਟ ਲੋਅਰ ਤੇ ਦੇਖ ਰਹੇ ਹੋ ਤੇ ਲਾਈਨ ਤੇ ਬਾਰ ਦਾ। ਇਦਾਂ ਦੇ ਕੁਝ ਕੰਬੀਨੇਸ਼ਨ ਦੇ ਨਾਲ ਵੀ ਆ ਸਕਦਾ ਹੈ ਆਪਾਂ ਨੂੰ ਟਾਸਕ 1। ਬਟ ਇਹ ਵੀ ਬਹੁਤ ਈਜ਼ੀ ਹੈ ਲਿਖਣਾ। ਇਹ ਆਈ ਥਿੰਕ ਮੇਰੇ ਹਿਸਾਬ ਨਾਲ ਜ਼ਿਆਦਾ ਈਜ਼ੀ ਹੋ ਜਾਂਦਾ ਲਿਖਣਾ ਕਿਉਂਕਿ ਅਸੀਂ ਬੋਡੀ ਪੈਰਾਗ੍ਰਾਫ ਨੂੰ ਆਪਣੇ ਨੂੰ ਡਿਵੀਜ਼ਨ ਕਰ ਸਕਦੇ ਕਿ ਅਸੀਂ ਇੱਕ 'ਚ ਲਿਖਣਾ ਤੇ ਦੂਜੇ ਦੇ ਵਿੱਚ ਇਹ ਲਿਖਣਾ। ਬਹੁਤ ਈਜ਼ੀ ਹੁੰਦਾ ਲਿਖਣਾ। ਹੁਣ ਆ ਜਾਓ ਜੀ ਆਪਣੇ ਟਾਸਕ 1 ਦੇ ਸਟਰਕਚਰ ਦੇ ਉੱਪਰ ਕਿ ਐਕਚੁਅਲੀ ਹੁਣ ਟਾਸਕ 1 ਨੂੰ ਲਿਖਿਆ ਕਿੱਦਾਂ ਜਾਂਦਾ ਹੈ ਕਿ ਇਹਦੇ ਵਿੱਚ ਕੀ ਰੂਲਸ ਐਂਡ ਰੈਗੂਲੇਸ਼ਨਸ ਆ ਲਿਖਣ ਵਾਸਤੇ, ਜਿੱਦਾਂ ਕਿ ਲੈਟਰ ਦੇ ਵਿੱਚ ਸੀਗੀਆਂ ਜਾਂ ਐਸੇ ਦੇ ਵਿੱਚ ਸੀਗੀਆਂ। ਇਹਦੇ ਵਿੱਚ ਵੀ ਇਹਨੂੰ ਲਿਖਣ ਦੇ ਵੈਸੇ 2 ਫਾਰਮੈਟ ਆ।
टास्क 1 अकैडमिक्स ਨੂੰ ਲਿਖਣ ਦੇ ਦੋ ਫਾਰਮੈਟ ਆ। ਪਹਿਲਾ ਫਾਰਮੈਟ ਆ ਜਾਂਦਾ ਆ ਇੰਟਰੋਡਕਸ਼ਨ, ਜਿਹੜੀ ਕਿ ਹਰ ਇੱਕ ਦੇ ਵਿੱਚ ਆਉਂਦੀ ਹੈ, ਠੀਕ ਹੈ। ਸੈਕਿੰਡ ਆ ਜਾਂਦਾ ਕਿ ਇੰਟਰੋਡਕਸ਼ਨ ਤੋਂ ਬਾਅਦ ਆਪਾਂ ਓਵਰਆਲ ਲਿਖਦੇ ਹਾਂ। ਓਵਰਆਲ ਹੁਣ ਕੀ ਚੀਜ਼ ਹੈ, ਜਦੋਂ ਮੈਂ ਤੁਹਾਨੂੰ ਅੱਗੇ ਸੈਂਪਲ ਪ੍ਰੋਵਾਈਡ ਕਰੂੰਗੀ ਉਹਦੇ ਵਿੱਚ ਮੈਂ ਦੱਸੂਗੀ ਕਿ ਓਵਰਆਲ ਕੀ ਚੀਜ਼ ਹੁੰਦੀ ਹੈ, ਠੀਕ ਹੈ। ਜਿੱਦਾਂ ਆਪਾਂ ਸਮ ਅਪ ਕੋਈ ਚੀਜ਼ ਕਰਦੇ ਹਾਂ, ਉਹ ਸਮ ਅਪ ਨਹੀਂ ਕਰਨੀ, ਬਸ ਆਪਾਂ ਉੱਪਰ ਪਹਿਲਾਂ ਓਵਰਆਲ ਦੱਸ ਦੇਣਾ ਉਹਦਾ, ਠੀਕ ਹੈ। ਦੈਨ ਆ ਜਾਂਦਾ ਆਪਣਾ ਬੋਡੀ ਪੈਰਾਗ੍ਰਾਫ 1, ਦੈਨ ਆ ਜਾਂਦਾ ਆਪਣਾ ਬੋਡੀ ਪੈਰਾਗ੍ਰਾਫ 2। ਉਹੀ ਬੋਡੀ ਪੈਰਾਗ੍ਰਾਫ ਜਿਹੜੇ ਆਪਾਂ ਟਾਸਕ 2 ਤੇ ਜੀਟੀ ਦੇ ਟਾਸਕ 1 ਚ ਲਿਖਦੇ ਆ ਰਹੇ ਹਾਂ, ਸੇਮ ਉਹੀ ਚੀਜ਼ ਹੈ, ठीक है। हुण अगर मैं देखा गल करा फॉर्मैट नंबर 2 दी, तो ਉਹਦੇ ਵਿੱਚ ਪਹਿਲਾਂ इंट्रोडक्शन एज यूजुअल आनी आ, लेकिन ਇਹਦੇ ਵਿੱਚ ਕੀ ਹੈ ਕਿ ओवरऑल ਨੂੰ ਆਪਾਂ स्किप कर ਜਾਂਦੇ ਆ। ਉਹਦੀ ਜਗ੍ਹਾ ਤੇ ਮੈਂ ਪਹਿਲਾਂ ਬੋਡੀ ਪੈਰਾਗ੍ਰਾਫ 1 ਤੇ 2 ਲਿਖ ਰਹੀ ਹਾਂ ਤੇ ਲਾਸਟ ਵਿੱਚ ਮੈਂ ਕਨਕਲੂਜਨ ਲਿਖ ਰਹੀ ਹਾਂ, ਜਿਹਨੂੰ ਆਪਾਂ ਸਮ ਅਪ ਵੀ ਕਹਿੰਦੇ ਆ। ਹੁਣ ਕਨਕਲੂਜਨ ਤੇ ਓਵਰਆਲ ਦੇ ਵਿੱਚ ਕੋਈ ਖਾਸ ਡਿਫਰੈਂਸ ਨਹੀਂ ਹੈ। ਡਿਫਰੈਂਸ ਸਿਰਫ ਇਹੀ ਹੈ ਕਿ ਅਸੀਂ ਓਵਰਆਲ ਦੇ ਵਿੱਚ ਦ ਮੋਸਟ ਨੋਟਿਸੇਬਲ ਥਿੰਗ ਦੇਖਣੀ ਹੈ ਤੇ ਕਨਕਲੂਜਨ ਦੇ ਵਿੱਚ ਆਪਾਂ ਉਹਨੂੰ ਸਮ ਅਪ ਕਰਨਾ ਹੈ। ਤਾਂ ਤੁਸੀਂ ਦੋਨਾਂ ਚੋਂ ਕੋਈ ਵੀ ਇੱਕ ਚੀਜ਼ ਲਿਖ ਸਕਦੇ ਆ, ਮੁਸ਼ਕਿਲ ਨਹੀਂ ਹੈ ਲਿਖਣਾ। ਬਟ ਮੈਂ ਜੋ ਫਾਰਮੈਟ ਫੋਲੋ ਕਰਦੀ ਹਾਂ, ਮੈਂ ਫਾਰਮੈਟ ਨੰਬਰ 1 ਹੀ ਫੋਲੋ ਕਰਦੀ ਹਾਂ। ਮੈਂ ਓਵਰਆਲ ਹੀ ਹਮੇਸ਼ਾ ਪ੍ਰੈਫਰ ਕਰਦੀ ਹਾਂ ਲਿਖਣਾ, ਰਾਈਟ। ਬਟ ਅਗੇਨ ਮੈਂ ਉਹੀ ਗੱਲ ਕਰ ਰਹੀ, ਕੋਈ ਖਾਸ ਡਿਫਰੈਂਸ ਨਹੀਂ ਹੈ ਇਹਨਾਂ ਨੂੰ ਲਿਖਣ ਦੇ ਵਿੱਚ, ਠੀਕ ਹੈ ਜੀ। ਹੁਣ ਜਿੱਦਾਂ ਕਿ ਮੈਂ ਟਾਸਕ 1 ਦੀ ਗੱਲ ਕਰਾਂ ਇਹਦੇ ਲਿਖਣ ਦੀ, ਕਿ ਹੁਣ ਮੈਂ ਲਿਖਣਾ ਕੀ ਹੈ ਤੇ ਮੈਂ ਕਿੱਦਾਂ ਲਿਖਣਾ ਆ, ਠੀਕ ਹੈ ਜੀ। ਇੰਟਰੋਡਕਸ਼ਨ ਜੋ ਹੁੰਦੀ ਹੈ ਉਹ ਅਗੇਨ ਜਿਹੜੀ ਆਪਾਂ ਟਾਸਕ 1 ਦੇ ਉਹਦੇ ਵਿੱਚ ਲਿਖੀ ਸੀਗੀ ਜੀਟੀ ਦੇ ਲੈਟਰ ਦੇ ਵਿੱਚ ਇੰਟਰੋਡਕਟਰੀ ਪੈਰਾਗ੍ਰਾਫ, ਉਹ ਕੀ ਸੀਗਾ, ਜਸਟ ਰੀਫਰੇਸ ਕੀਤਾ ਹੋਇਆ ਸੀਗਾ ਕਿ ਮੈਂ ਕੀ ਕਹਿਣਾ ਚਾਹੁੰਦਾ ਇਹਦੇ ਵਿੱਚ। ਤੇ ਟਾਸਕ 2 ਦੇ ਵੀ ਇੰਟਰੋਡਕਸ਼ਨ ਇਦਾਂ ਹੀ ਹੈ ਕਿ ਰੀਫਰੇਸ ਕਰਨਾ, ठीक है। इदा ही सिमिलरली टास्क 1 की इंट्रोडक्शन भी यही है कि जो इन्फॉर्मेशन तुहानू ऊपर उन्होंने स्टेटमेंट दी हुई है उस चीज़ को सिर्फ तुसी की करना, रीफ्रेस करना है, ठीक है जी। हुण इदा ही ओवरऑल दे विच अगर मैं गल करा तो जो ओवरऑल है ਇਹਦੇ ਵਿੱਚ ਹੁੰਦਾ कि ਉਹੀ ਜਿੱਦਾਂ ਹੁਣ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ द मोस्ट नोटिसेबल थिंग्स, कि तुसी की नोटिस किया, सब तो ज़्यादा तुहाडा ध्यान किस चीज़ के उपर जा रहा है अपने ग्राफ के विच। जिद्दां कि मैं देख रही हाँ कि मेरे को पूरा एक ग्राफ है, उहदे विच मेरे को हाईएस्ट पॉइंट के उपर सब तो ज़्यादा नोटिस है कि सब तो ज़्यादा हाईएस्ट पॉइंट है, ठीक है। या कोई जीरो भी हो सकता है मेरे को कोई फिगर, ठीक है। सो ये एक मोस्ट नोटिस चीज़ां होंदियां जिहड़ियां आपां लिख सकते हैं ओवरऑल दे विच, ठीक है। हुण अगर ਇਹਦਾ ग्राफ की गल होगी ना, अगर कोई प्रोसैस आ जाता है तो प्रोसैस के विच मोस्ट नोटिसेबल थिंग किहड़ी हो सकती है कि कितनियां स्टेजिस है, कित्थों स्टार्ट हो रही है तो कितने खत्म हो रही है, एक नोटिसेबल थिंग हो सकती है, ठीक है जी। तो इदा बॉडी पैराग्राफ 1 दे विच हुण अगर मैं ग्राफ्स की गल करा, लाइन पाए बार इन्हां सारियां की गल करा या टेबल की गल करा, उहदे मैं हमेशा प्रैफरेंस देनी है हाईएस्ट ते लोएस्ट पॉइंट नूं लिखण दी, मतलब मैक्सिमम एंड मिनिमम फिगर्स नूं लिखण दी। एक गल का मैं होर ध्यान रखना तुसी सारे जने, मैं एक चीज़ होर करना चाहनी है, मैं दोबारा तो ओवरऑल ते आना चाहनी है। मेरी एक चीज़ माइंड दे विच स्किप कर गई दस्सन लगी हां। ओवरऑल दे विच जदों भी तुसी कोई नोटिसेबल चीज़ जिद्दां मैं तुहानूं दस्सी है तुसी लिखनी है, लेकिन एक चीज़ का ध्यान रखना, उहदे च तुसी फिगर्स नहीं लिख सकते। अगर तुहानूं लगदा है कि सारे 4 कंट्रीज़ दियां होईयां मलेशिया, चाइना, नेपाल ते इंडिया, उहदे विच चाइना दे उपर चाइना जिहड़ी सब तो हाईएस्ट पॉइंट ते है, तो किन्ने पॉइंट ते ये नहीं तुसी दसना, सिर्फ तुसी ये दसना कि सारी कंट्रीज़ दे अमंग जो चाइना है वो सब तो ज़्यादा हाईएस्ट पॉपूलेशन जो कंज्यूम करती है, ਉਹ सिर्फ तुसी ये चीज़ लिखनी है, ਇਹਦੇ ਵਿੱਚ ਆਪਾਂ ਫਿਗਰਸ नहीं लिखनियां, ठीक है। इस चीज़ का प्लीज़ ध्यान रखना तुसी सारे। उस तो बाद आ जाता है बॉडी पैराग्राफ 1। हुण बॉडी पैराग्राफ 1 जिद्दां कि मैं दस्सिया मैक्सिमम ते मिनिमम लिखने हैं, बट फिगर्स के नाल लिखने हैं और बहुत अच्छा एक्सप्लेन करके लिखना है कि मैक्सिमम केड़ा आ ते मिनिमम केड़ा आ, सारे ईयर्स ते सारी कंट्रीज़ दे अमंग। जदों आपां ये सारा कुछ कंबाइन करके लिखांगे तो अपनी जिहड़ी पैराग्राफ की लैंथ भी अच्छी हो जाएगी, राइट। अगे आ जाओ बॉडी पैराग्राफ 2 दे विच। हुण बॉडी पैराग्राफ 2 दे विच आपां लिख सकते हैं डिफरेंसिस या सिमिलैरिटीज़। हुण सिमिलैरिटीज़ की चीज़ है, कोई चीज़ तुहानूं लग रहा है कि सिमिलर है, इंडिया की भी 2% आ, नेपाल की भी 2% आ, सो तुसीं ये चीज़ उहदे विच लिख सकते हो। इस तो इलावा जिहड़ियां फिगर्स तुहानूं लगदा है कि तुहाडे कोल हुण कुछ बहुता एक्सप्लेन करन वास्ते नहीं रह गया, तो जिहड़े कंट्रीज़ या जिहड़े ईयर्स जिद्दां भी तुहानूं दित्ते होणगे डेटा, वो जिहड़े लैफ्ट ओवर डेटा है वो तुसीं बॉडी पैराग्राफ 2 दे विच लिख सकदे हो कि ये डेटा मेरा हुण रह गया है। सारा कुछ कंप्लीट करने तो बाद मैं सिमिलैरिटीज़ भी लिख दी है बॉडी पैराग्राफ 2 दे विच भी, फिर भी मेरी वर्ड लिमिट नहीं पूरी हुई, तो जिहड़ा लैफ्ट ओवर डेटा है तुसीं उहनूं की कर सकते हो, उहदे विच मैंशन कर सकते हो, ठीक है। ये तो हो गया मेरा स्ट्रक्चर कि मैं किहड़े पैराग्राफ दे विच किहड़ी चीज़ लिखनी है, राइट। हुण अगे आ जाओ सैंपल के उपर। जिद्दां कि तुसीं सारे स्क्रीन के उपर देख रहे हो, मैं एक पैराग्राफ का सैंपल तुहाडे वास्ते लैके आई ताकि तुहानूं थोड़ा जिहा लिखण दा पता लग जाए कि तुसीं किद्दां लिखना है, ठीक है। सब तो पहले आप स्टेटमेंट रीड कर दो, उस तो बाद आप ग्राफ को समझिए कि इस ग्राफ के क्या होया है। You should spend about 20 minutes on this task as all you know. The chart show component of GDP in the UK from 1992 to 2000. कहते हैं कि GDP
यूके ਦੇ ਵਿੱਚ ਗ੍ਰੋਸ ਡੋਮੈਸਟਿਕ ਪ੍ਰੋਡਕਟ ਜਿਹੜੇ ਹੁੰਦੇ ਆ यूके ਦੇ ਵਿੱਚ ਦਿੱਤੇ ਗਏ ਆ ਦੋ ਕੰਪੋਨੈਂਟਸ ਦੇ ਵਿੱਚ, ਠੀਕ ਹੈ, ਕਿੱਥੋਂ ਲੈ ਕੇ 1992 ਤੋਂ ਲੈ ਕੇ, ਠੀਕ ਹੈ, 2000 ਤੱਕ ਇਹ ਸੰਨ ਦਿੱਤੇ ਹੋਏ ਆ ਸਾਰੇ ਵਿੱਚ, ठीक है जी। हुण ਉਹ दो कंपोनेंट्स ਕਿਹੜੇ ਆ, ਆਪਾਂ ਹੁਣ ਆ ਜਾਈਏ ਆਪਣੇ ग्राफ के उपर। हुण ग्राफ दे विच जिद्दां तुसीं देख सकते हो, पहला हैडिंग पढ़दे हां ग्रॉस डोमैस्टिक प्रोडक्ट फ्रॉम आईटी एंड सर्विस इंडस्ट्री, ठीक है, सर्विस इंडस्ट्री ते आईटी प्रोडक्ट दा जीडीपी, ठीक है, यूके दे विच, ठीक है, एंड किहड़े ईयर तो 1992 तो लैके 2000 विच। बस ये साडी इंट्रोडक्शन बन गई सारे नूं कंबाइन करके। हुण जो डेटा है वो किहदे विच सानूं दित्ता होया परसेंटेज दे विच, ठीक है जी, क्योंकि उन्होंने ऊपर देखो मैंशन किया यूके दे नाल ब्रैकेट दे विच एज a percent of GDP परसेंटेज दे विच दिता है कि 1992 दे विच IT ने कितनी GDP प्रोड्यूस की सीगी, ठीक है, 1994 दे विच कितनी सीगी, 1996 दे विच दोनों दी कितनी रही है, 1998 च कितनी रही है ते 2000 च कितनी रही है। पहला आप एक बार फिगर नूं दोबारा रीड आउट कर लेने आ। जो ब्लू वाला पार्ट है वो है अपना IT दा, नीचे मैंशनड है, तो जो पिंक वाला पार्ट है अपना सर्विस दा आ। हुण 1992 दे विच जो IT दी रही है वो कितनी रही है, नियर बाय ने भी कह सकती, मैं अबव 6 कह सकती हाँ, ठीक है जी, एंड सर्विस की कितनी रही है, पूरी 4% के उपर आके रही है। इदा ही 94 दे विच IT 8% ते रही है, ते जो सर्विस है वो अबव 6 ते रही है, राइट। ते हुण अगर मैं गल करा 1996 की जो IT है वो जस्ट बिलो 8 है, या नियर बाय 8 भी आप कह सकते हैं, ठीक है, एंड जो सर्विस दी रही है वो 7 ते रही होगी, क्योंकि बिल्कुल मिड ते आ रही है, 6 ते 8 दे बिल्कुल मिड है, तो 7% आप इन्हू काउंट कर सकते हैं, ठीक है जी। 1996 ਦੇ ਵਿੱਚ 12% पूरी रही है IT, ते जस्ट नियर टू 8 रही है सर्विस इंडस्ट्री, ठीक है जी, एंड 2000 सब तो हाईएस्ट पॉइंट रहा है, ठीक है, जिहदी कि नियर बाय 15 रही है, एंड जो सर्विस दी रही है उस 8 ते रही है। हुण तुसी अगर इस फिगर नूं देख रहे हो, तुहानूं कुछ समझ लगी है तो मैं अगेन यही करूँगी कि मोस्ट ऑब्जर्विंग थिंग इहदे विच किहड़ी सीगी, 2000 सीगा, जिहदे विच सब तो ज़्यादा हाईएस्ट रही है IT इंडस्ट्री एज वेल एज सर्विस ऑल्सो। सर्विस भी दोनों के हाईएस्ट, इन्हां दोनों मतलब कंपोनेंट्स हाईएस्ट ही रहे हैं, ठीक है। सो मेरे हिसाब नाल मोस्ट ऑब्जर्विंग थिंग यही है, ठीक है। हुण आपां इदां करदे आपां इहनूं लिखना शुरू करते हैं कि आपां किदां लिख सकते हैं। आ लो सब तो पहले इंट्रोडक्शन के उपर, इंट्रोडक्शन आपां किदां लिख सकते हैं। ऊपर वाला इंट्रोडक्शन पढ़ते हैं आपां, उन्होंने की दी हुई, द चार्ट शो कंपोनेंट ऑफ GDP इन द यूके फ्रॉम 1992 टू 2000, ठीक है। एक ये इंट्रोडक्शन होगी, एक जी ऊपर उन्होंने ग्राफ दे दी हुई है, मैं वो भी मिला के नाल ही लिखूंगी, ग्रॉस डोमेस्टिक प्रोडक्ट फ्रॉम IT एंड सर्विस इंडस्ट्री ऑफ द यूके, ठीक है। इन्होंने दोनों ने मिला के मैं एक इंट्रोडक्शन बनाऊंगी। द बार चार्ट इलस्ट्रेट द ग्रॉस डोमेस्टिक प्रोडक्ट जनरेटेड फ्रॉम 2 इंडस्ट्रीज, ठीक है। GDP 2 इंडस्ट्रीज तो जनरेट हुई है यूके दे विच। हुण ओह किहड़ी 2 इंडस्ट्रीज है, IT एंड सर्विस इंडस्ट्री इन द यूके फ्रॉम 1992 एंड 2000। ये मेरी बन जाएगी इंट्रोडक्शन। मैं अगेन एक बार रिपीट कर दी हाँ। द बार चार्ट इलस्ट्रेट द ग्रॉस डोमेस्टिक प्रोडक्ट जनरेटेड फ्रॉम 2 इंडस्ट्रीज IT एंड सर्विस इंडस्ट्री इन द यूके फ्रॉम 1992 टू 2000, ठीक है जी। सो ये हो गई मेरी इंट्रोडक्शन, राइट। बहुत ईजी इंट्रोडक्शन लिखनी, कोई औखी नहीं है। तुम इस टाइम पैरलल दोनों चीज़ा देख रहे हो, मेरे राइटिंग जो मैं कर रही हाँ, तो सामने जो साइड पर अपना ग्राफ भी है, ताकि तुम मैच कर सको। नैक्सट आ जाओ जी अपनी ओवरऑल, तो जिदा कि मैं तुहानूं दस्सिया सी कि मैं फॉर्मैट 1 नूं फॉलो करती हाँ, तो मैं ओवरऑल ही लिखूंगी। हुण ओवरऑल दे विच मैं जिदा कि तुहानूं कहा सी मोस्ट ऑब्जर्विंग थिंग की है, 2000 ही रहा है दोनों इंडस्ट्रीज के कॉन्टैक्स्ट दे विच, तो मैं यही चीज़ दे विच लिखूंगी। ओवरऑल it can be clearly seen that both increased steadily as percentage of GDP, but हुण जिदा कि मैं तुहानूं दस्सिया सीगा कि मैं फॉर्मेट 1 नूं फॉलो करदी हां, तो मैं इत्थे ओवरऑल ही लिखूंगी, ठीक है जी। सो हुण आ जाइए ओवरऑल दे उपर। ओवरऑल it can be clearly seen that both increased steadily as percentage of GDP. Hun observing thing केड़ी सी 2000, but IT remained at higher rate throughout the time period. दोनों increase होए कहंदे steadily,
बट ਜਿਹੜਾ IT ਹੈ ਉਹ ਥਰੂ ਆਊਟ ਦਾ ਟਾਈਮ ਪੀਰੀਅਡ मतलब 1992 ਤੋਂ 2000 ਦੇ ਵਿੱਚ ਉਹ ਸਭ ਤੋਂ ਜ਼ਿਆਦਾ ਹਾਇਰ ਪੁਆਇੰਟ ਤੇ ਹੀ ਰਿਹਾ ਹੈ। ਠੀਕ ਹੈ, ਸੋ ਇਹ ਚੀਜ਼ ਆ ਗਈ ਮੇਰੀ ਓਵਰਆਲ ਦੇ ਵਿੱਚ। ਹੋਪ ਸਾਨੂੰ ਸਾਰਿਆਂ ਨੂੰ ਸਮਝ ਲੱਗਦੀ ਹੋਏਗੀ। ਠੀਕ ਹੈ ਜੀ, ਨੈਕਸਟ ਆ ਜਾਓ ਜੀ ਹੁਣ ਬੋਡੀ ਪੈਰਾਗ੍ਰਾਫ 1 ਦੇ ਉੱਪਰ ਤੇ 2 ਦੇ ਉੱਪਰ। ਹੁਣ ਤੁਸੀਂ ਪਹਿਲਾਂ ਗ੍ਰਾਫ ਦੇ ਵਿੱਚ ਦੇਖੋ, ਮੈਂ ਤੁਹਾਨੂੰ ਜਿੱਦਾਂ ਕਿਹਾ ਸੀ ਇਹਦੇ ਵਿੱਚ ਆਪਾਂ ਮੈਕਸਿਮਮ ਤੇ ਮਿਨੀਮਮ ਲਿਖਾਂਗੇ। ਠੀਕ ਹੈ, ਹੁਣ ਇਹ ਮੈਕਸਿਮਮ ਤੇ ਮਿਨੀਮਮ, ਸਭ ਤੋਂ ਮੈਕਸਿਮਮ ਕਿਹੜਾ ਆ? ਹੁਣ ਇਹਦੇ ਵਿੱਚ 2000 ਸਭ ਤੋਂ ਮੈਕਸਿਮਮ ਤੇ ਰਿਹਾ ਆ ਦੋਨੋਂ ਇੰਡਸਟਰੀਜ਼ ਦੇ ਕੰਟੈਕਸਟ ਦੇ ਵਿੱਚ, IT ਵਿੱਚ ਵੀ ਤੇ ਸਰਵਿਸ ਦੇ ਵਿੱਚ ਵੀ। ਤਾਂ ਕਿਹੜਾ ਆ? IT ਦੇ ਵਿੱਚ ਕਿੰਨੇ ਤੇ ਰਿਹਾ ਆ? ਨੀਅਰ ਅਬਾਊਟ 15 ਤੇ ਇੰਡਸਟਰੀ ਦੇ ਵਿੱਚ ਕਿੰਨਾ ਰਿਹਾ ਆ? 8% ਤੇ। ਸਭ ਤੋਂ ਪਹਿਲਾਂ ਤਾਂ ਮੈਂ ਆਹੀ ਚੀਜ਼ ਮੈਂਸ਼ਨ ਕਰੂੰਗੀ, ਇਹ ਹੋ ਗਿਆ ਮੇਰਾ ਮੈਕਸਿਮਮ ਦੋਨੋਂ ਇੰਡਸਟਰੀਜ਼ ਦੇ ਕੰਟੈਕਸਟ ਤੇ ਮਿਨੀਮਮ ਕਿਹੜਾ ਰਿਹਾ ਆ? 1992 ਇਨੀਸ਼ੀਅਲ ਈਅਰ ਜਿਹੜਾ ਮਿਨੀਮਮ ਤੇ ਰਿਹਾ ਆ। ਠੀਕ ਹੈ, ਹੁਣ ਉਹ ਮਿਨੀਮਮ ਤੇ ਕੀ ਰਿਹਾ ਹੈ? ਜਸਟ ਅਬਵ 6 ਜਾਂ ਨੀਅਰਲੀ 6 ਵੀ ਕਹਿ ਸਕਦੇ ਹਾਂ ਆਪਾਂ। ਠੀਕ ਹੈ, ਤੇ ਜਿਹੜਾ ਸਰਵਿਸ ਰਿਹਾ ਆ ਉਹ 4% ਤੇ ਰਿਹਾ, ਸਭ ਤੋਂ ਘੱਟ ਰਿਹਾ ਆ। ਠੀਕ ਹੈ, ਹੁਣ ਆਪਾਂ ਇਹੀ ਚੀਜ਼ ਨੂੰ ਬਸ ਇਹਦੇ ਵਿੱਚ ਲਿਖਣਾ ਆ। ਮੈਂ ਇੱਕ ਲਾਈਨ ਇਹਦੇ ਵਿੱਚ ਲਿਖੀ ਹੈ ਸਭ ਤੋਂ ਪਹਿਲਾਂ, having a myopic glance at given pictorial representation, it is crystal clear that the final year, ਤੁਸੀਂ ਇਹ ਵੀ ਲਿਖ ਸਕਦੇ ਹੋ 2000 ਵੀ ਸਿੱਧਾ ਲਿਖ ਸਕਦੇ ਹੋ, final year ਵੀ ਲਿਖ ਸਕਦੇ ਹੋ, ਤੁਹਾਡੀ ਮਰਜ਼ੀ ਹੈ। ਠੀਕ ਹੈ, final year 2000 holds the highest position among both sectors where GDP of IT was above 14% and service was 8%. ਹੁਣ ਜਿੱਦਾਂ ਕਿ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਆਪਾਂ ਇਹਦੇ ਵਿੱਚ ਫਿਗਰਸ ਮੈਂਸ਼ਨ ਕਰਨੀ ਹੈ ਤਾਂ ਆਪਾਂ ਇਹਦੇ ਵਿੱਚ ਫਿਗਰਸ ਮੈਂਸ਼ਨ ਕਰਾਂਗੇ। ਠੀਕ ਹੈ, ਬਿਨਾਂ ਫਿਗਰਸ ਤੋਂ ਇਹ ਬਿਲਕੁਲ ਜ਼ੀਰੋ ਹੋ ਜਾਏਗਾ। ਠੀਕ ਹੈ, on the other hand initial year 1992 kept lowest level with 4% in service industry and nearly 7% in IT। ठीक है, ਇਹ ਮੇਰਾ ਮੈਕਸਿਮਮ ਵੀ ਹੋ ਗਿਆ ਤੇ ਮੇਰਾ ਮਿਨੀਮਮ ਵੀ ਹੋ ਗਿਆ। ਇੱਥੇ ਫਿਗਰਸ ਵੀ ਆ ਗਈਆਂ, ਦੋਨੋਂ ਇੰਡਸਟਰੀਜ਼ ਵੀ ਆ ਗਏ, ਦੋਨਾਂ ਦਾ ਮੈਕਸਿਮਮ ਵੀ ਆ ਗਿਆ, ਦੋਨਾਂ ਦਾ ਮਿਨੀਮਮ ਵੀ ਆ ਗਿਆ। ਠੀਕ ਹੈ, ਸੋ ਆ ਮੇਰਾ ਇੱਥੇ ਜਿਹੜਾ ਆ 70-80% ਪਾਰਟ ਮੇਰੇ ਇੱਥੇ ਖਤਮ ਹੋ ਗਿਆ। ਬਹੁਤ ਈਜ਼ੀ ਆ ਲਿਖਣਾ, ਬਹੁਤ ਈਜ਼ੀ। ਜੇ ਫਿਰ ਵੀ ਕੁਝ ਨਹੀਂ ਸਮਝ ਲੱਗੇਗੀ ਪਲੀਜ਼ ਮੈਨੂੰ ਕਮੈਂਟ ਕਰਨਾ। ਠੀਕ ਹੈ, ਅੱਗੇ ਆ ਜਾਓ ਜੀ ਬੋਡੀ ਪੈਰਾਗ੍ਰਾਫ 2 ਦੇ ਵਿੱਚ। ਹੁਣ ਬੋਡੀ ਪੈਰਾਗ੍ਰਾਫ 2 ਦੀ ਅਗਰ ਮੈਂ ਗੱਲ ਕਰਾਂ ਤਾਂ ਮੈਂ ਫਿਗਰ ਦੇ ਵਿੱਚ ਦੇਖਾਂ ਤਾਂ ਇਹਦੇ ਵਿੱਚ ਕੋਈ ਸਿਮਿਲੈਰਿਟੀ ਹੈ ਨਹੀਂ ਹੈ, ਕੋਈ ਫਿਗਰ ਇਦਾਂ ਦੀ ਨਹੀਂ ਹੈ ਜਿਹੜੀ ਕਿ ਬਿਲਕੁਲ ਸਿਮਿਲਰ ਲੈਵਲ ਤੇ ਹੋਵੇ। ਠੀਕ, ਥੋੜੀ ਜਿਹੀ ਅਗਰ ਹੈ ਤਾਂ 1994 ਤੇ 1996 ਦੀ ਹੈ, ਵੈਸੇ ਹੋਰ ਇਹਦੇ ਵਿੱਚ ਸਿਮਿਲੈਰਿਟੀ ਕੋਈ ਨਹੀਂ ਹੈ। ਠੀਕ ਹੈ, ਸੋ ਹੁਣ ਮੈਂ ਇਹਦੇ ਵਿੱਚ ਕੀ ਕਰੂੰਗੀ? ਲੈਫਟ ਓਵਰ ਹੀ ਲਿਖੂੰਗੀ ਜੋ ਫਿਗਰਸ ਮੇਰੀਆਂ ਰਹਿ ਗਈਆਂ। ਹਾਊਐਵਰ over the following 4 years pattern of both sectors witnessed a noticeable difference after the slow increased with 1% in 1996। ਹੁਣ ਮੈਂ ਉਹੀ ਗੱਲ ਆ ਗਈ ਇੱਥੇ ਉਹ ਦੱਸਿਆ ਕਿ ਜਿਹੜਾ 1996 ਦੇ ਵਿੱਚ IT ਇੰਡਸਟਰੀ ਨੇ ਥੋੜਾ ਜਿਹਾ 94 ਤੇ 96 ਦੇ ਵਿੱਚ ਵਿਟਨੈਸ ਕੀਤਾ ਆ ਸਿਰਫ 1% ਦੇ ਨਾਲ। ਉਹੀ ਚੀਜ਼ ਮੈਂ ਇੱਥੇ ਜਿਹੜੀ ਥੋੜੀ ਜਿਹੀ ਐਕਸਪਲੇਨ ਕੀਤੀ ਹੈ। ਠੀਕ ਹੈ, similarly service component also shows increasing trend but slower as compared to IT। ਕਹਿੰਦੇ ਕਿ ਸਰਵਿਸ ਇੰਡਸਟਰੀ ਨੇ ਵੀ ਕੀਤਾ ਹੈ ਸ਼ੋ ਇਨਕਰੀਜ਼ਿੰਗ ਟ੍ਰੈਂਡ ਬਟ ਸਰਵਿਸ IT ਤੋਂ ਥੋੜਾ ਜਿਹਾ ਸਲੋ ਕੀਤਾ ਹੈ। ਠੀਕ ਹੈ, nearly 6% in 1994, 7 approx in 1996 and below 8% in 1998। ਇਹ ਮੇਰਾ ਹੋ ਗਿਆ ਜੀ, ਜਿਹੜੇ ਲੈਫਟ ਓਵਰ ਫਿਗਰ ਸੀ ਮੈਂ ਉਹਨਾਂ ਨੂੰ ਐਕਸਪਲੇਨ ਕਰ ਦਿੱਤਾ। ਠੀਕ ਹੈ ਜੀ, ਸੋ ਇਹ ਮੇਰਾ ਹੋ ਗਿਆ ਬੋਡੀ ਪੈਰਾਗ੍ਰਾਫ 2। ਹੁਣ ਤੁਸੀਂ ਆਪਣੇ ਇਹਦੇ ਵਿੱਚ ਦੇਖ ਸਕਦੇ ਹੋ ਸਕਰੀਨ ਦੇ ਉੱਪਰ ਕਿ ਪੂਰੇ ਦਾ ਪੂਰਾ ਟਾਸਕ 1 ਮੈਂ ਲਿਖਿਆ ਹੋਇਆ ਹੈ, ਲੀਵਿੰਗ 1 ਲਾਈਨ ਆਫਟਰ ਕੰਪਲੀਟਿੰਗ ਈਚ ਪੈਰਾਗ੍ਰਾਫ। ਠੀਕ ਹੈ ਜੀ, ਸਭ ਤੋਂ ਪਹਿਲੇ ਮੇਰੀ ਆ ਗਈ ਇੰਟਰੋਡਕਸ਼ਨ, ਦੈਨ ਮੇਰਾ ਆ ਗਿਆ ਓਵਰਆਲ, ਦੈਨ ਆ ਗਿਆ ਬੋਡੀ ਪੈਰਾਗ੍ਰਾਫ 1 ਐਂਡ ਐਟ ਲਾਸਟ ਬੋਡੀ ਪੈਰਾਗ੍ਰਾਫ 2। ਸੋ ਇਹ ਸੀਗਾ ਮੇਰਾ ਅਕੈਡਮਿਕਸ ਦੇ ਉੱਪਰ ਇੱਕ ਸੈਸ਼ਨ। ਅਗਰ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਕਿਸੇ ਹੋਰ ਚੀਜ਼ ਦੇ ਉੱਪਰ ਵੀ ਤੁਹਾਨੂੰ ਸੈਂਪਲ ਚਾਹੀਦਾ ਹੈ ਜਾਂ ਪ੍ਰੋਸੈਸ ਦੇ ਉੱਪਰ, ਫਲੋ ਚਾਰਟ ਦੇ ਉੱਪਰ, ਮੈਪ ਦੇ ਉੱਪਰ, ਤਾਂ ਤੁਸੀਂ ਪਲੀਜ਼ ਮੈਨੂੰ ਕਮੈਂਟ ਕਰੋ। ਮੈਂ ਕੋਸ਼ਿਸ਼ ਕਰੂੰਗੀ ਤੁਹਾਡੇ ਸਾਰੀਆਂ ਕੁਐਰੀਜ਼ ਨੂੰ ਫੁੱਲਫਿਲ ਕਰਨ ਦੀਆਂ ਜਾਂ ਡਿਮਾਂਡਸ ਨੂੰ ਫੁੱਲਫਿਲ ਕਰਨ ਦੀਆਂ। ਮੈਂ ਕੋਸ਼ਿਸ਼ ਕਰੂੰਗੀ ਅਗਰ ਤੁਹਾਨੂੰ ਕੋਈ ਸੈਂਪਲ ਚਾਹੀਦਾ ਤਾਂ ਮੈਂ ਉਹ ਵੀ ਪ੍ਰੋਵਾਈਡ ਕਰਾਂ ਤੁਹਾਨੂੰ। ਠੀਕ ਹੈ ਜੀ, ਥੈਂਕ ਯੂ ਸੋ ਮਚ। ਹੋਪ ਕਰਦੀ ਹਾਂ ਤੁਹਾਨੂੰ ਸਾਰਿਆਂ ਨੂੰ ਮੇਰਾ ਜੋ ਮੈਂ ਪੜ੍ਹਾ ਰਹੀ ਹਾਂ ਆਪਣੀ ਕਲਾਸ ਦੇ ਵਿੱਚ ਉਹ ਤੁਹਾਨੂੰ ਸਮਝ ਲੱਗ ਰਿਹਾ ਹੋਵੇਗਾ। ਥੈਂਕ ਯੂ, ਬਾਏ ਬਾਏ।